ਕਨੈਕਟ ਨਿਊਜ਼ਰੂਮ ਦੇ ਵਿੱਚ ਤੁਹਾਡਾ ਸਵਾਗਤ। ਮੈਂ ਮਨਪ੍ਰੀਤ ਰੰਧਾਵਾ। ਬਹੁਤ ਕੋਸ਼ਿਸ਼ ਦੇ ਬਾਵਜੂਦ ਵੀ ਬਾਰ-ਬਾਰ ਸਾਨੂੰ ਇਸੇ ਵਿਸ਼ੇ ਤੇ ਚਰਚਾ ਕਰਨੀ ਪੈਂਦੀ ਹੈ ਪੰਜਾਬ ਪੁਲਿਸ ਦੇ, ਕਿਉਂਕਿ ਵੈਸੇ ਵੀ ਮੈਨੂੰ ਲੱਗਦਾ ਕਿ ਕੋਈ ਵੀ ਪੁਲਿਸ, ਸਟੇਟ ਪੁਲਿਸ ਹੋਵੇ, ਕੇਂਦਰ ਦੀ ਪੁਲਿਸ ਹੋਵੇ, ਕਿਸੇ ਰਾਜ ਦੀ, ਕਿਸੇ ਮੁਲਕ ਦੀ, ਉਹ ਕਿਸੇ ਵੀ ਸਟੇਟ ਦਾ ਬਹੁਤ ਇੱਕ ਮਹੱਤਵਪੂਰਨ ਅੰਗ ਹੁੰਦੀ ਹੈ। ਨਾ ਕੇਵਲ ਉਹਨਾਂ ਨੇ ਆਮ ਨਾਗਰਿਕਾਂ ਨੂੰ ਹਿਫਾਜ਼ਤ ਦੇਣੀ ਹੁੰਦੀ ਆ, ਉਹਨਾਂ ਨੂੰ ਮਹਿਫੂਜ਼ ਮਹਿਸੂਸ ਕਰਾਉਣਾ ਹੁੰਦਾ, ਉਹਨਾਂ ਨੂੰ ਸੁਰੱਖਿਆ ਵੀ ਪ੍ਰਦਾਨ ਕਰਾਉਣੀ ਹੁੰਦੀ ਆ ਤਾਂ ਕਿ ਉਹਨਾਂ ਤੱਕ ਇਹ ਸੰਦੇਸ਼ ਜਾਵੇ ਜਾਂ ਉਹਨਾਂ ਦੇ ਵਿੱਚ ਇਹ ਭਰੋਸਾ ਪੈਦਾ ਹੋਵੇ ਕਿ ਜਿੱਥੋਂ ਤੱਕ ਸਾਡੀ ਪੁਲਿਸ ਆ ਉਹ ਸਾਡੀ ਹਿਫਾਜ਼ਤ ਲਈ ਆ, ਸਾਡੀ ਸੁਰੱਖਿਆ ਲਈ ਆ, ਨਾ ਕਿ ਸਾਨੂੰ ਲੁੱਟਣ ਵਾਸਤੇ ਆ। ਪਰ ਪਿਛਲੇ ਕੁਝ ਸਮੇਂ ਤੋਂ ਤੁਸੀਂ ਦੇਖੋ ਇਹ ਕਿਰਦਾਰ ਜਾਂ ਇਸ ਤਰ੍ਹਾਂ ਦੀ ਭੂਮਿਕਾ ਦੇ ਵਿੱਚ ਲਗਾਤਾਰ ਪੁਲਿਸ ਉੱਤੇ ਸਵਾਲ ਉੱਠ ਰਹੇ ਨੇ। ਕਿਸ ਤਰ੍ਹਾਂ ਇਹਨਾਂ ਦੇ ਵਿੱਚ ਕਾਲੀਆਂ ਭੇਡਾਂ ਪੈਦਾ ਹੋ ਗਈਆਂ ਨੇ। ਔਰ ਮੈਂ ਗੱਲ ਕਰ ਰਿਹਾ, ਤੁਸੀਂ ਯਾਦ ਕਰੋ ਕੁੰਵਰ ਵਿਜੇ ਪ੍ਰਤਾਪ ਸਿੰਘ ਆਮ ਆਦਮੀ ਪਾਰਟੀ ਦੇ MLA ਨੇ, ਖੁਦ ਇੱਕ ਪੁਲਿਸ ਆਫਿਸਰ ਰਹੇ ਨੇ, IG ਰੈਂਕ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਰਾਜਨੀਤੀ ਜੁਆਇਨ ਕਰ ਲਈ। ਉਹ ਕਿਸ ਤਰ੍ਹਾਂ ਵਿਧਾਨ ਸਭਾ ਦੇ ਪਟਲ ਤੇ ਇਹ ਕਹਿੰਦੇ ਨੇ ਕਿ ਪੰਜਾਬ ਪੁਲਿਸ ਦੇ ਵਿੱਚ ਕਾਲੀਆਂ ਭੇਡਾਂ ਤੇ ਸਾਨੂੰ ਇਹਨਾਂ ਤੋਂ ਨਿਜਾਤ ਪਾਉਣੀ ਚਾਹੀਦੀ ਹੈ। ਤੇ ਇਹੀ ਗੱਲ ਕਹਿੰਦੇ ਨੇ ਕੁਲਤਾਰ ਸਿੰਘ ਸੰਧਵਾਂ, ਪੰਜਾਬ ਵਿਧਾਨ ਸਭਾ ਦੇ ਸਪੀਕਰ। ਉੱਥੇ ਇਹ ਸਾਰੀ ਚਰਚਾ ਹੁੰਦੀ ਹੈ। ਬਲਕਿ ਉਹਨਾਂ ਨੇ ਇੱਕ ਰਿਪੋਰਟ ਵੀ ਮੰਗੀ ਸੀ ਪੰਜਾਬ ਦੇ ਹੋਮ ਸੈਕਟਰੀ ਤੋਂ, ਗੁਰਕੀਰਤ ਕਿਰਪਾਲ ਸਿੰਘ ਤੋਂ। ਹਜੇ ਤੱਕ ਉਹਨਾਂ ਨੇ ਰਿਪੋਰਟ ਦੇ ਦਿੱਤੀ ਹੈ, ਨਹੀਂ ਦਿੱਤੀ, ਇਸ ਬਾਰੇ ਹਜੇ ਪੂਰੀ ਜਾਣਕਾਰੀ ਸਾਡੇ ਕੋਲ ਨਹੀਂ ਆ। ਪਰ ਜਿਸ ਤਰ੍ਹਾਂ ਹੀ ਜਾਣਕਾਰੀ ਆਊਗੀ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰੂੰਗਾ। ਪਰ ਜਿਹੜਾ ਵਿਸ਼ਾ ਇਹ ਬਾਰ-ਬਾਰ ਆਉਂਦਾ ਕਿਉਂ ਆ ਕਿ ਅੱਜ ਵੀ ਇਸ ਪੰਜਾਬ ਪੁਲਿਸ ਦੇ ਵਿੱਚ ਇਸ ਤਰ੍ਹਾਂ ਦੀਆਂ ਕਾਲੀਆਂ ਭੇਡਾਂ ਨੇ ਜਿਹੜੇ ਸਾਰੇ ਸਿਸਟਮ ਨੂੰ ਗੰਧਲਾ ਕਰਦੀਆਂ ਨੇ। ਬਹੁਤ ਸਾਰੇ ਇਸ ਤਰ੍ਹਾਂ ਦੇ ਅੱਜ ਵੀ ਇਸ 80,000 ਦੀ ਫੋਰਸ ਦੇ ਵਿੱਚ ਬਹੁਤ ਸਾਰੇ ਇਮਾਨਦਾਰ ਪੁਲਿਸ ਆਫੀਸਰਸ ਨੇ, ਚਾਹੇ ਉਹ IPS ਨੇ, ਚਾਹੇ ਉਹ PPS ਆ, ਚਾਹੇ ਕੋਈ ਨਿਚਲੇ ਰੈਂਕਸ ਦਾ ਵੀ ਆ, ਕੋਈ ਸਿਪਾਹੀ ਆ, ਹੈਂਡ ਕਾਂਸਟੇਬਲ ਆ, ਜਾਂ ਇਸ ਤੋਂ ਇਲਾਵਾ ਅਸਿਸਟੈਂਟ ਸਬ ਇੰਸਪੈਕਟਰ ਆ, ਸਬ ਇੰਸਪੈਕਟਰ ਆ। ਇਹ ਵੀ ਕਾਫੀ ਹੱਦ ਤੱਕ ਆਪਣਾ ਕੰਮ ਬੜੇ ਹਾਰਡਵਰਕ, ਬੜੀ ਮਿਹਨਤ ਦੇ ਨਾਲ ਤੇ ਬੜੀ ਸਿੰਸੈਰਿਟੀ ਦੇ ਨਾਲ ਕਰਦੇ ਆ। ਪਰ ਇਹਨਾਂ ਦਾ ਮੁੱਲ ਨਹੀਂ ਪੈਂਦਾ ਕਿਉਂਕਿ ਇਹਨਾਂ ਦੀ ਗਿਣਤੀ ਬਹੁਤ ਘੱਟ ਆ। ਜ਼ਿਆਦਾ ਤਾਦਾਦ ਆ ਕਾਲੀਆਂ ਭੇਡਾਂ ਦੀ। ਔਰ ਅੱਜ ਜਿਹੜੀ ਕਾਲੀ ਭੇਡ ਦੀ ਮੈਂ ਗੱਲ ਕਰਨ ਜਾ ਰਿਹਾ ਉਸ ਦਾ ਨਾਮ ਹੈ DSP ਗੁਰਸ਼ੇਰ ਸਿੰਘ ਸੰਧੂ। ਪਿਛਲੇ ਦਿਨਾਂ ਦੇ ਵਿੱਚ ਵੀ ਤੁਸੀਂ ਇਹਦਾ ਨਾਂ ਸੁਣਿਆ ਹੋਣਾ। ਅਕਸਰ ਇਹ ਵਿਵਾਦਾਂ ਦੇ ਵਿੱਚ ਰਹਿੰਦਾ ਤੇ ਤਾਜ਼ਾ ਤਰੀਨ ਜਿਹੜੀ ਉਦਾਹਰਨ ਇਹਦੀ ਆਈ ਆ ਉਹ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਤੇ ਫਿਰ ਇਹ ਵੀ ਲੱਗਦਾ ਕਿ ਕੀ ਕੋਈ ਪੰਜਾਬ ਦਾ ਨਾਗਰਿਕ ਮਹਿਫੂਜ਼ ਆ, ਸੁਰੱਖਿਅਤ ਆ? ਜੇ ਉਹਨੂੰ ਕੋਈ ਨਹੀਂ ਜਾਣਦਾ ਤੇ ਉਹਨੂੰ ਕਿਸੇ ਵੀ ਕੇਸ ਦੇ ਵਿੱਚ ਘੜੀਸਿਆ ਜਾ ਸਕਦਾ, ਉਸ ਉੱਤੇ ਮੁਕੱਦਮਾ ਚਲਾਇਆ ਜਾ ਸਕਦਾ, ਉਸ 'ਤੇ ਇਨਕੁਆਇਰੀ ਬਿਠਾਈ ਜਾ ਸਕਦੀ ਅਤੇ ਬਾਅਦ ਦੇ ਵਿੱਚ ਉਸ ਤੋਂ ਪੈਸੇ ਲੁੱਟੇ ਜਾ ਸਕਦੇ ਆ। ਦਰਅਸਲ ਇਹ ਮਾਮਲਾ ਸਾਰਾ ਕੀ ਹੈ ਇਹ ਮੈਂ ਤੁਹਾਨੂੰ ਤਫਸੀਲ ਦੇ ਨਾਲ ਸਮਝਾਊਂਗਾ, ਕਿਉਂਕਿ ਇਸ ਤੋਂ ਜਿਹੜਾ ਅਗਲਾ ਵਿਸ਼ਾ ਮੈਂ ਉਹਨੂੰ ਵੀ ਦੱਸਦਾ ਤੁਹਾਡੇ ਨਾਲ ਸਾਂਝਾ ਕਰਨਾ। ਉਹ ਹੈ ਜਿਸ ਤਰ੍ਹਾਂ ਵਿਰਸਾ ਸਿੰਘ ਵਲਟੋਆ ਦੀ ਗੱਲ ਚੱਲੀ ਆ। ਠੀਕ ਹੈ, ਵਿਰਸਾ ਸਿੰਘ ਵਲਟੋਆ ਨੇ ਧਮਕੀਆਂ ਦਿੱਤੀਆਂ ਨੇ, ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ, ਇਹ ਸਾਰਾ ਕੁਝ ਆਪਣੀ ਜਗ੍ਹਾ ਤੇ ਆ। ਪਰ ਜਿਹੜਾ ਬੁਨਿਆਦੀ ਸਵਾਲ ਵਿਰਸਾ ਸਿੰਘ ਵਲਟੋਆ ਨੇ ਚੱਕਿਆ, ਕੀ ਆਪਾਂ ਉਸ 'ਤੇ ਕਿਸੇ ਤਰ੍ਹਾਂ ਦੀ ਬਹਿਸ ਕਰ ਰਹੇ ਹਾਂ? ਬੁਨਿਆਦੀ ਸਵਾਲ ਕੀ ਸੀ ਕਿ ਅਕਾਲ ਤਖਤ ਸਾਹਿਬ ਤੇ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹ ਜਿੰਨੀਆਂ ਸਿਰਮੌਰ ਜਥੇਬੰਦੀਆਂ ਨੇ, ਇੰਸਟੀਚਿਊਟਸ ਨੇ, ਸਿੱਖ ਇੰਸਟੀਚਿਊਟਸ, ਇਹ ਕਿਤੇ ਨਾ ਕਿਤੇ ਇਹਦੇ ਵਿੱਚ RSS ਦਾ ਕਬਜ਼ਾ ਹੋ ਰਿਹਾ। ਤੇ ਇਹ ਸਾਰਾ ਕੁਝ ਤੁਹਾਨੂੰ ਮੈਂ ਵਿਸਤਾਰ ਨਾਲ ਦੱਸੂਗਾ ਕਿ ਖੁਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਦੋਂ ਕਿਹਾ ਸੀ ਕਿ RSS ਨੂੰ ਬੈਨ ਕਰ ਦੇਣਾ ਚਾਹੀਦਾ। ਖੁਦ SGPC ਨੇ ਕਦੋਂ ਰੈਜ਼ੋਲੂਸ਼ਨ ਜਾਂ ਮਤਾ ਪਾਸ ਕੀਤਾ ਸੀ ਕਿ ਇਸ RSS ਨੂੰ ਬੈਨ ਕਰੋ ਕਿਉਂਕਿ ਇਹ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ। ਇਹ ਸਾਰਾ ਕੁਝ ਮੈਂ ਤੁਹਾਨੂੰ ਦੱਸੂਗਾ। ਪਰ ਵਾਪਸ ਚੱਲਦੇ ਹਾਂ ਆਪਾਂ ਉਸ ਵਿਸ਼ੇ ਤੇ, ਗੁਰਸ਼ੇਰ ਸਿੰਘ ਸੰਧੂ ਵਾਲੇ ਵਿਸ਼ੇ ਤੇ। DSP ਆ, ਡਿਪਟੀ ਸੁਪਰਇੰਟੈਂਡੈਂਟ ਆਫ ਪੁਲਿਸ, ਜਿਹੜਾ ਕਿ ਇੱਕ ਗੈਸਟਡ ਆਫਿਸਰ ਹੁੰਦਾ। ਗੈਸਟਡ ਆਫਿਸਰ ਕਰਦਾ ਕੀ ਆ? ਹੁਣ ਇਹ ਸਾਰੇ ਤਮਾਮ ਖੁਲਾਸੇ ਹੋਏ। ਇਹਦੀ ਇੱਕ ਵਿਅਕਤੀ ਦੇ ਨਾਲ ਦੋਸਤੀ ਹੋ ਗਈ। ਇਹ ਆਪ ਗੁਰਸ਼ੇਰ ਸਿੰਘ ਸੰਧੂ ਤਰਨਤਾਰਨ ਦੇ ਇਲਾਕੇ ਦਾ ਰਹਿਣ ਵਾਲਾ, ਤੇ ਇਹਦੀ ਦੋਸਤੀ ਹੁੰਦੀ ਆ ਬਲਜਿੰਦਰ ਸਿੰਘ ਉਰਫ ਟਾਲਾ। ਇਹ ਬਟਾਲੇ ਗੁਰਦਾਸਪੁਰ ਜ਼ਿਲ੍ਹੇ ਦਾ, ਯਾਨੀ ਕਿ ਦੋਨੇ ਮਾਝੇ ਦੇ ਇਲਾਕੇ ਦੇ ਆ। ਹਾਲਾਂਕਿ ਇਹਨਾਂ ਦੀ ਆਪਸ ਦੇ ਵਿੱਚ ਉਮਰ ਦਾ ਬਹੁਤ ਫਰਕ ਆ। ਆਪਸ ਦੇ ਵਿੱਚ ਦੋਸਤੀ ਹੋ ਜਾਂਦੀ ਆ ਔਰ ਉਸ ਤੋਂ ਬਾਅਦ ਬਲਜਿੰਦਰ ਸਿੰਘ ਦੇ ਜ਼ਰੀਏ ਇਹ DSP, ਜਿਹੜਾ ਕਿ ਮੋਹਾਲੀ ਦੇ ਵਿੱਚ ਪੋਸਟਡ ਸੀ, ਇਹ ਉਸ ਤੋਂ ਝੂਠੀਆਂ ਸ਼ਿਕਾਇਤਾਂ ਕਰਵਾਉਣ ਲੱਗ ਜਾਂਦਾ ਹੈ ਕਿ ਸ਼ਿਕਾਇਤਾਂ ਕਰ, ਸ਼ਿਕਾਰ ਲੱਭ ਕੇ ਲਿਆ ਤੇ ਉਹਨਾਂ ਸ਼ਿਕਾਰਾਂ ਦੀ ਮੈਂ ਤਫਤੀਸ਼ ਕਰੂੰਗਾ ਤੇ ਫਿਰ ਆਪਾਂ ਉਹਨਾਂ ਤੋਂ ਫਰੌਤੀਆਂ ਲਵਾਂਗੇ, ਉਹਨਾਂ ਤੋਂ ਪੈਸੇ ਲਵਾਂਗੇ। ਇਹ ਗੱਲ ਸਾਰਾ ਕੁਝ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਆਉਂਦਾ, ਪਹਿਲਾਂ ਇਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕੇਸ ਜਾਂਦਾ ਔਰ ਉਸ ਤੋਂ ਬਾਅਦ ਪੰਜਾਬ ਦੇ ਆਫੀਸ਼ੀਏਟਿੰਗ DGP ਨੂੰ
गौरव यादव ਨੂੰ ਇਹ ਤਾਕੀਦ ਕੀਤੀ ਜਾਂਦੀ ਆ ਕਿ ਤੂੰ ਇਸ ਡੀਐਸਪੀ ਦੇ ਖਿਲਾਫ ਇਨਕੁਆਇਰੀ ਕਰਾ, ਤਫਤੀਸ਼ ਕਰਵਾ, ਤੇ ਜੇ ਇਹ ਸਾਰਾ ਕੁਝ ਸੱਚ ਪਾਇਆ ਜਾਂਦਾ ਤੇ ਇਹਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਆ। उस वक्त ये मैं तुहानूं दस रहा कि जो ये मामला आउंदा जुलाई दे विच सन 2024 इस साल की गल आ, ते DIG ने नीलांबरी विजय जगदाले DIG की ड्यूटी लाई जाती आ, क्योंकि रूपनगर के ये DIG से उस रेंज के। इन्हों कहा जाता कि इस DSP की तफ्तीश करके दसो कि ये सारा कुछ ठीक है। तो जो तफ्तीश की गई तो इस DIG ने यह गल कही अपनी तफ्तीश के विच कि सारे दे सारे सबूत ये कहते ने, एविडेंस ये कह रहा कि वाकया ये जिहड़ा DSP है इस तरह के काम करता रहा और इन्हां कामां दे विचों लोकां नूं गुमराह करके उन्हां ते दबाव पा के, प्रैशर पा के, उन्हां नूं डरा के उन्हां तो पैसे भी उगराउंदा रहा। जिहड़ा कि उन्हें अपनी रिपोर्ट दे विच कहा अंग्रेजी दे विच, इट इज़ अनबिकमिंग ऑफ एन ऑफिसर, यानी कि इस तरह का ऑफिसर हो ही नहीं सकता। ये तो वाकया क्रिमिनल एक्टिविटी है। और तुसी देखो उस तो बाद इस व्यक्ति ते केस भी दर्ज किया जाता, धारावां लाइया जांदियां ने कि फोर्जरी की, चीटिंग की, 419, 465, 467, 468, 471 ते इस तो इलावा PC एक्ट, प्रिवेंशन ऑफ करप्शन एक्ट भी इस दे खिलाफ लाया जाता है, यानी कि विजिलेंस भी इसकी इनकुआरी कर रही है। ये सारा कुछ क्रिमिनल लाइबिलिटी है। कहने का मतलब एक DSP लैवल का अधिकारी होवे वो सारा कुछ कर रहा होवे। हुण जिहड़ियां चीज़ां खुल के थोड़ियां सामने आईयां, इहदा एक साथी जिहड़ा कि बटाले गुरदासपुर जिले का नाम आ उहदा बलजिंदर सिंह उर्फ टाला, ये नाल इहदे मिल जांदा ते ये शिकायतां लैके आउंदा। शिकायतां किवें करदे आ, मान लो मैं हुण तुहानूं एक उदाहरण दिना, अशोक कुमार ते सोमा देवी इन्हां दी शिकायत है। गोबिंदगढ़ पिंड दे आ, मोहाली का ही पिंड है, गोबिंदगढ़ कस्बा नहीं आ, गोबिंदगढ़ पिंड दे आ। इन्हां ते इल्ज़ाम लाया जाता कि इन्हां ने एक 10 मरले का राजीव कुमार का 10 मरले का प्लॉट आ जिहड़ा वो दब लिया, उस ते कब्जा कर लिया। तो मुड़ के तुहानूं पता ही है कार्रवाई की हुंदी आ, इन्हां नूं बुला लिया जाता तो मुड़ के इन्हां दे नाल पैसे की डील की जाती आ। इस तो इलावा जिहड़ी अगली शिकायत सी अनुज गोयल, ये पंचकूले का रहने वाला, यानी कि इस DSP का काम करने का दायरा या पैसे उगराउण का दायरा केवल तो केवल मोहाली तक ही महफूज नहीं सी या उत्थों तक सीमित नहीं सी, इस तो भी अगे सी। इस तो इलावा तुसी देखो एक होर इहदा केस आया, इहदे विच परविंदरजीत सिंह एक कपूरथले का कैनेडा दे रहने वाला, इन्हें एक मनोहर सिंह एंड कंपनी है रियल एस्टेट की, वो प्रॉपर्टी डीलिंग का काम करती आ। ते उस तो बाद इन्हां ने इल्ज़ाम लाया कि तरिंदर सिंह ने साडे तो 18 लाख रुपया ले लिया, सानू मोड़िया नहीं। तो उस तो बाद तरिंदर सिंह तो यही जिहड़ा DSP है गुरशेर सिंह संधू कहंदा 50 लाख रुपया दे, नहीं तो तेरे खिलाफ मुकदमा दायर कर देंगे। तो बाद दे विच उन्हां दे नाल डील करन लग गया। इस तो इलावा कमलजीत सिंह आ कोई जलंधर का, उहदे जिहड़ी शिकायत आ वो भी सामने आई आ। ये सारा कुछ दर्शाउंदा की आ कि एक आम नागरिक इन्हां सारियां चीज़ों तो बच सकता जो DSP खुद झूठियां शिकायतां लै रहा। और तुसीं देखो ये मामला खुलिया किस तरह, ये जिहड़ा बलजिंदर सिंह टाला पहलां तां नाल रल के सारा कुछ करदा रहा, तो जदों इन्हां दे विच पैसे का रौला पै गया, अक्सर ये जिहड़ियां दोस्तियां हुंदियां ने ये तुहानूं सारिਆਂ नूं पता, ये केवल पैसे तक ही सीमित हुंदियां ने। जदों पैसों का रौला पै जाए तो फिर ये दोस्तियां टुट जांदियां, क्योंकि बड़ी नाजुक हुंदियां ने, बड़ियां फ्रजाइल हुंदियां ने, इन्हां दे पिछे कोई डेप्थ तो हुंदी नहीं। जिद्दां ही पैसों का रौला पै गया तो इस बलजिंदर सिंह ने खुलासे करने शुरू करते, इन्हें दसना शुरू करता। अच्छा कहंदा की है बलजिंदर सिंह, कहंदा देखो जी मेरे तो शिकायतां करवाईयां जांदियां सी जिवें कि वो कोई दुध पींदा बच्चा हुंदा। ये गल्लां जदों तक तुहाडे नाल सारा कुछ ठीक सी तुसीं करी जांदे सी, जदों तुहाडे 'च विगाड़ पैदा हो गया, आपस दे विच संबंध विगड़ गए, तो फिर तुहानूं यही जिहड़ा DSP आ गुरशेर सिंह संधू फिर तुहानूं लगन लग गया कि क्रिमिनल आ ते मेरे तो जबरदस्ती कराउंदा। गुरशेर सिंह संधू बारे भी ये सुन लो, पहला मैं तुहानूं ये भी गल याद कराना कि ये उही गुरशेर सिंह संधू आ जदों ये स्पैशल सैल दे विच सी, जिन्हां दिनां दे विच लॉरेंस बिश्नोई दी इंटरव्यू हुंदी आ ते जिहड़े 4 सीनियर पुलिस अफसरां नूं पिछले दिनां विच पंजाब ते हरियाणा हाई कोर्ट के ऑर्डरस तो बाद FIR दर्ज हुंदी है ते उस तो बाद नोटिस कड्ढे जांदे आ, ये उन्हां दे विचों भी एक आ।
पहला तो तुसी याद करो विवेकशील सोनी है जिहड़ा SSP हुंदा सी उस वक्त दा, उस तो बाद एक SP आ अमनदीप सिंह बराड़, तीसरा ये DSP आ गुरशेर सिंह संधू, ते चौथा शिव कुमार आ CIA दा इंस्पैक्टर जिसनूं इन्हां ने एक्सटेंशन तक देती सी। ते ये तुसी देखो ये तो इंटरव्यू कराउंदा फिरदा, क्योंकि हर मामले दे विच शामिल आ। अच्छा, मामला केवल इत्थे खत्म नहीं हुंदा, मामला एक होर भी आ। ये मामला अगस्त के महीने दे विच बाहर आउंदा, उहदे विच भी यही गुरशेर सिंह संधू आ। दरअसल एक व्यक्ति आ, नाम आ उहदा मनमोहन सिंह, बाद दे विच ओह पंजाब ते हरियाणा हाई कोर्ट दे विच जांदा। ओह कहंदा कि मैनू एक गैंगस्टर, एक क्रिमिनल, नाम आ उहदा लक्की पटियाल, ਉਹ ਮੈਨੂੰ WhatsApp ਤੇ ਆਪਣੇ ਮੇਰੇ ਮੋਬਾਈਲ ਫੋਨ ਤੇ ਕਾਲਸ ਕਰਕੇ ਮੈਨੂੰ ਧਮਕੀਆਂ ਦੇ ਰਿਹਾ, ਮੈਨੂੰ ਫਰੌਤੀਆਂ ਮੇਰੇ ਤੋਂ ਮੰਗ ਰਿਹਾ, ਤੇ ਮੈਂ ਇਹਦੀਆਂ ਸ਼ਿਕਾਇਤਾਂ ਗੁਰਸ਼ੇਰ ਸਿੰਘ ਸੰਧੂ ਨੂੰ ਕੀਤੀਆਂ। ਉਹਨੂੰ ਕਈ ਮੈਸੇजेस ਭੇਜੇ, ਕਈ ਕਾਲਸ ਕੀਤੀਆਂ। ਪਹਿਲਾਂ ਤਾਂ ਮੇਰਾ ਫੋਨ ਹੀ ਨਹੀਂ ਚੱਕਦਾ ਸੀ, ਤੇ ਜਦੋਂ ਉਹਦੇ ਧਿਆਨ ਦੇ ਵਿੱਚ ਮੈਂ ਸਾਰਾ ਕੁਝ ਲੈ ਕੇ ਵੀ ਆਂਦਾ ਤੇ ਉਹਨੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ। ਇਹ ਹਾਲਾਤ ਜਦੋਂ ਬਣ ਗਏ ਤੇ ਫਿਰ ਤੁਸੀਂ ਦੇਖੋ ਇਹ ਮਾਮਲਾ ਫਿਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਾਂਦਾ ਤੇ जस्टिस संदीप मॉडगिल की कोर्ट दे विच लगदा। वो पुछदे ने कि तुसी इस पुलिस अफसर के खिलाफ कोई कार्रवाई क्यों नहीं की, ते ये अगों दसदे आ, कहंदे जे असीं कार्रवाई करांगे ते बाद दे विच इसे पंजाब ते हरियाणा हाई कोर्ट की जदों तरीक आउंदी आ ते वो पुछदे ने की कीता तुसी, ते ये पुलिस पता की दसदी आ, कहंदे जी असीं इस गुरशेर सिंह संधू नूं बदली करता, इस दी असीं ट्रांसफर करके ਇਹਨੂੰ ਅਸੀਂ 9th ਬਟਾਲੀਅਨ ਦੇ ਵਿੱਚ ਭੇਜਤਾ, ਪੰਜਾਬ ਆਰਮਡ ਪੁਲਿਸ ਦੇ ਵਿੱਚ ਅੰਮ੍ਰਿਤਸਰ ਭੇਜਤਾ। ਤੇ ਸੰਦੀਪ ਮੌਡਗਿਲ, ਜਸਟਿਸ ਸੰਦੀਪ ਮੌਡਗਿਲ, ਉਹ ਉੱਥੇ ਮੌਜੂਦ ਸੀ ਬਤੌਰ ਜੱਜ। ਉਹ ਬੜੇ ਹੈਰਾਨ ਹੋਏ, ਕਹਿੰਦੇ ਇਹ ਤੁਹਾਡੀ ਕਾਰਵਾਈ ਹੈ, ਤੁਹਾਨੂੰ ਕਿਹਾ ਸੀ ਕਾਰਵਾਈ ਕਰੋ, ਇਹਦੇ ਖਿਲਾਫ ਕੋਈ ਡਿਪਾਰਟਮੈਂਟਲ ਐਕਸ਼ਨ ਲਓ, ਕੋਈ ਇਨਕੁਆਇਰੀ ਕਰਾਓ, ਤੇ ਤੁਸੀਂ ਕਹਿੰਦੇ ਹੋ ਅਸੀਂ ਤਬਾਦਲਾ ਕਰਤਾ। ਕੋਈ ਇਹਨੂੰ ਤੁਸੀਂ ਸ਼ੋ ਕਾਜ਼ ਨੋਟਿਸ ਕੱਢਿਆ? ਕੋਈ ਸ਼ੋ ਕਾਜ਼ ਨੋਟਿਸ ਨਹੀਂ ਕੱਢਿਆ। ਕੋਈ ਤੁਸੀਂ ਇਹਦੀ ਇਨਕੁਆਇਰੀ ਕਰਕੇ ਇਸ ਤੇ ਕੋਈ ਸਜ਼ਾ ਫਿਕਸ ਕੀਤੀ ਹੈ? ਕੋਈ ਸਜ਼ਾ ਤੁਸੀਂ ਫਿਕਸ ਨਹੀਂ ਕੀਤੀ। ਤੇ ਤੁਸੀਂ ਸਾਨੂੰ ਇਹ ਲੱਗਦਾ ਕਿ ਤੁਸੀਂ ਤਾਂ ਇਹਦਾ ਬਚਾਅ ਕਰ ਰਹੇ ਹੋ। ਫਿਰ ਇਸੇ ਹਾਈ ਕੋਰਟ ਨੇ ਇੱਕ ਤਰ੍ਹਾਂ ਦੀ ਤਾਕੀਦ ਕੀਤੀ ਜਾਂ ਆਰਡਰ ਦਿੱਤਾ ਕਿ ਇਹਦੇ ਖਿਲਾਫ ਪੁਖਤਾ ਕਾਰਵਾਈ ਕਰਕੇ ਲਿਆਓ, ਤੇ ਫਿਰ ਅਸੀਂ ਦੇਖਾਂਗੇ ਕਿ ਤੁਸੀਂ ਕੁਝ ਕੀਤਾ ਜਾਂ ਨਹੀਂ ਕੀਤਾ। ਇਹ ਕੇਵਲ ਬਦਲੀਆਂ ਕਰਨ ਦੇ ਨਾਲ ਇੱਥੋਂ ਤਾਂ ਇਹ ਲੱਗਦਾ ਕਿ ਤੁਸੀਂ ਆਪਣੇ ਪੁਲਿਸ ਆਫੀਸਰ ਨੂੰ ਬਚਾ ਰਹੇ ਹੋ। ਇਹ ਹਾਲਾਤ ਨੇ, ਔਰ ਤੁਸੀਂ ਦੇਖੋ ਲਗਾਤਾਰ ਤੁਹਾਨੂੰ ਮੈਂ ਚੀਜ਼ਾਂ ਦੱਸ ਰਿਹਾ ਕਿ ਇਹ ਜਿਹੜੀ ਪੁਲਿਸ ਆ ਇਹਦੇ ਵਿੱਚ ਕਿੰਨੀਆਂ ਕਾਲੀਆਂ ਭੇਡਾਂ ਵੜ ਗਈਆਂ, ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕਰਦੀ। ਆ ਬੀਤੇ ਕੱਲ੍ਹ ਹੀ ਮੈਂ ਤੁਹਾਨੂੰ ਦੱਸਿਆ ਸੀ ਕਿ ਕਿਸ ਤਰ੍ਹਾਂ ਇੱਕ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਨੂੰ ਲੈ ਕੇ ਜਿਹੜਾ ਕੇਸ ਦਰਜ ਕੀਤਾ ਗਿਆ ਸੀ, ਉਹ ਫਟਾਫਟ ਇਹੀ ਪੁਲਿਸ ਭੱਜ ਕੇ ਇਹਨਾਂ ਦੇ ਆਪਣੀ DGP, ਆਪਣੀ DIG ਆਪਣੀ ਰਿਪੋਰਟ ਲੈ ਕੇ ਪਹੁੰਚ ਜਾਂਦੇ ਨੇ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਦੀ ਕੋਰਟ ਦੇ ਵਿੱਚ, ਕਹਿੰਦੇ ਕੈਂਸਲ ਕਰ ਦਿਓ ਜੀ। ਤੇ ਬਾਅਦ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਜਦੋਂ ਪਤਾ ਲੱਗਦਾ ਉਹ ਕਹਿੰਦੇ ਕਾਹਲੀ ਕਾਹਦੀ ਸੀ, ਵਾਈ वर ਯੂ ਇਨ ਅ ਟੀਅਰਿੰਗ ਹਰੀ। ਇਹ ਗੱਲ ਉਹਨਾਂ ਨੇ ਕਹੀ ਆ। ਇਹ ਹਾਲਾਤ ਨੇ, ਤੇ ਅਸੀਂ ਜਦੋਂ ਇਹ ਸਾਰਾ ਕੁਝ ਦੱਸਦੇ ਆ, ਮੈਨੂੰ ਤਾਂ ਇਹ ਲੱਗਦਾ ਕਿ ਜਿਵੇਂ ਪੰਜਾਬ ਸਰਕਾਰ ਨੇ, ਪੰਜਾਬ ਦੇ ਮਹਿਕਮਿਆਂ ਨੇ ਕੰਮ ਕਰਨਾ ਹੀ ਬੰਦ ਕਰਤਾ ਹੋਵੇ। ਹਾਂ ਦੇਖ ਲਾਂਗੇ ਜੇ ਕੋਈ ਹਾਈ ਕੋਰਟ ਦਾ ਆਰਡਰ ਆਊਗਾ ਤੇ ਫਿਰ ਕੰਮ ਕਰ ਦਾਂਗੇ। ਇੱਕ ਤਰ੍ਹਾਂ ਦੀ ਉਹ ਵੀ ਇਸ ਤਰ੍ਹਾਂ ਹੁੰਦਾ ਜਿਵੇਂ ਅੱਖਾਂ ਪੂੰਝਣੀਆਂ ਹੁੰਦੀਆਂ, केवल तो केवल एक रस्म अदा करनी होंदी है, कोई प्रोएक्टिव अप्रोच लगती नहीं इस मामले दे विच। इसे करके ये गुरशेर सिंह संधू वर्गे व्यक्ति, इन्हां नूं किसी दा डर भोई नहीं है। इन्हां नूं पता जो मर्जी कर लो, जिस तरह मर्जी अपनी रियासत चलाओ, जिस तो मर्जी फरौतियां मंग लो, जिहड़ियां मर्जी शिकायतां करा लो। झूठी पुलिस, झूठियां शिकायतां ते झूठियां कार्रवाइयां केवल तो केवल सच्चे लगते हैं जिहड़े पैसे बनाउंदे आ। मैनूं लगदा नहीं जो सवेरे वर्दी पा के जाते होणगे तो ये सोचते होणगे कि अज असीं निकल रहे हैं, अज असीं कोई केस हल करांगे, कोई इन्वैसटीगेशन करांगे, कोई जनता नूं किसी तरह की राहत देवांगे। केवल तो केवल ये लगदा कि यह शाम नूं जेबां किस तरह भर के लियाउणियां अपने घरे, केवल इन्हां दा फोकस उत्थे रह गया। पहलां तो ये सुनिया सी कि जिहड़े पुलिस ऑफिसर्स ने ये प्रॉपर्टी डीलर्स बन गए, प्रॉपर्टी डीलिंग का काम करते, तो हुण तां ये प्रॉपर्टी डीलिंग जिहड़े खास तौर पर डिस्प्यूटिड प्लॉट्स ने, जमीनां ने, इस तरह दियां उन्हां दियां शिकायतां जानबुझ के लैके उन्हां दी इनकुआरी करते, तो फिर ये उन्हां नूं फसाउंदे आ जिन्हां तो इन्हां ने पैसे उगराउणे हुंदे आ। अगे चलदे आ, गल कर लैंदे आ हुण विरसा सिंह वलटोआ दी। विरसा सिंह वलटोआ तुहानूं पता है इस टाइम श्रोमणी अकाली दल तो उन्होंने अस्तीफा देता, क्योंकि अकाल तख्त साहब के जथेदार ज्ञानी रघबीर सिंह का हुक्म सी कि इन्हां नूं कढ़िया जावे, इन्हां नूं पार्टी चों कढ़िया जावे, प्राइमरी मैंबरशिप तो भी कढ़िया जावे। इस तो पहला कि श्रोमणी अकाली दल कढ़दा, इन्हां ने आप ही अस्तीफा देता।
पर आपां फोकस इस गल ते करना, खैर वो बाद की गल है कि ज्ञानी हरप्रीत सिंह बारे इन्होंने की किया, की इन्होंने वाकया धमकियां दित्तियां। हुण तां कांग्रेस भी चाहुंदी आ कि जे इन्होंने धमकियां दित्तियां विरसन सिंह वलटोआ ने तो इन्हां दे खिलाफ कार्रवाई होनी चाहिए, बिल्कुल होनी चाहिए है। मैं कहना चाहे अकाल तख्त साहब के जथेदार साबका रहे होण ते या मौजूदा दमदमा साहब तख्त के जथेदार होण, किसी व्यक्ति को भी धमकी देनी उन्होंने खिलाफ तो कार्रवाई होनी चाहिए है। इत्थे कोई विरसा सिंह वलटोआ नूं डिफेंड नहीं किया जा रहा, इन्हां दा पिछोकड़ आपां नूं सारिआं नूं पता ही है। मैं उस दिन विधान सभा दे विच मौजूद सी, खुद मौजूद सी और उत्थे कवरेज कर रहा सी जदों इसे व्यक्ति ने विरसा सिंह वलटोआ ने यह भी कहता सी प्रवोक होके, क्योंकि इनू काफ़ी उकसा रहे सी सारे, कहंदा मैं अतवादी सी, मैं अतवादी हाँ तो मैं अतवादी रवांगा। सो इस करके इस तरह के व्यक्तियों के गर्म ख्याल ने की करते हैं इन्हां बारे आपां नूं सारिआं नूं पता। पर जिहड़ा बुनियादी इशू मैं तुहाडे नाल डिस्कस करना, जो इस विरसा सिंह वलटोआ ने चक्या कि किस तरह अकाल तख्त साहब ते चाहे हुए श्रोमणी गुरुद्वारा प्रबंधक कमेटी, ये सिरमौर जथेबंदियां ने, इंस्टीट्यूट्स ने, सिख भाईचारे दे, सिख कौम दे, कि इन्हां ते RSS का कब्जा हो रहा, कि इन्हां दे विच RSS वड़ गई है या भारतीय जनता पार्टी के व्यक्ति वड़ गए हैं तो इस उत्ते इन्हां इंस्टीट्यूट्स उत्ते अपना कब्जा कर रहे हैं। दरअसल बहस तो इस मुद्दे ते होनी चाहिए है। मैं तुहानूं थोड़ा जिहा पिछे लैके जाना। ज्ञानी हरप्रीत सिंह अजकल तख्त दमदमा साहब के जथेदार ने, हालांकि इन्होंने रेजिग्नेशन देता सी, पर श्रोमणी गुरुद्वारा प्रबंधक कमेटी ने अकाल तख्त साहब के जथेदार ज्ञानी रघबीर सिंह होना के कहण ते इन्हां दा अस्तीफा नामंजूर करता, उसनूं खारिज करता। पर मैं लैके जाना चाहुंदा तुहानूं सन 2019 दे विच 14 अक्तूबर नूं, ते दिन उस दिन सी सोमवार दा। सन 2019 दे विच 5 साल पहला एक्टिंग अकाल तख्त साहब के ये जथेदार सी, एक्टिंग जथेदार, और ज्ञानी हरप्रीत सिंह की मैं गल कर रहा, अमृतसर दे विच ये बोल रहे थे। अमृतसर दे विच बोलते हुए इन्होंने गल कही, कहते राष्ट्रीय स्वयं सेवक संघ ते बैन लाना चाहिए। बैन इस करके लाना चाहिए RSS ते, क्योंकि ये लगातार भारत नूं हिंदू राष्ट्र बनाने की कोशिश कर रहा है। दरअसल उन्होंने दिनों में मोहन भागवत जिहड़े RSS के चीफ ने, इसे विजय दशमी ते जिन्हों आप दशहरा भी कह दिंदे आ, और ये उस दिन सारी RSS दे तुहानूं पता ही है शस्त्र पूजा करती है। उस दिन मोहन भागवत का यह बयान आया सी कि भारत तो पहले एक हिंदू राष्ट्र आ। इस उत्ते बोलते हुए ज्ञानी हरप्रीत सिंह ने यह गल कही सी कि यह साडे लई बड़े फिक्र की गल आ, साडे लई ये बड़ी विचारन की गल आ कि जदों RSS का मुखी ये गल कह रहा होवे ते RSS सानू सारिआं नूं पता कि ये भारतीय जनता पार्टी की जननी आ। इहदे विचों भारतीय जनता पार्टी जिहड़ा इन्हां दा पोलीटिकल विंग आ वो इहदे विचों निकलिआ, ते सारिआं नूं पता कि जिहड़ी विचारधारा चलदी है भारतीय जनता पार्टी दे विच वो तो RSS दी ही चलदी है। तो जदों इन्हां ने यह कहा कि यह तो देखो जी इत्थे तां राष्ट्र हिंदू राष्ट्र बन चुका, तो फिर इन्होंने चिंता जाहिर की सी, ते फिर ज्ञानी हरप्रीत सिंह ने कहा सी कि इस RSS ते बैन लगना चाहिए। कल्ले सोमवार 14 अक्तूबर नूं नहीं सी कहा, सन 2019 नूं, अगले दिन मंगलवार नूं फिर उन्होंने जिन्हों आप अंग्रेजी च कहने रीइटरेट किया, फिर दोबारा ये गल कही कि इस RSS ते बैन लगना चाहिए। और ये जिहड़े घट गिणती के भाईचारे उन्हां लई इह खतरा जदों इस तरह दी गल्लां करदे आ। हुण तुसीं देखो कि आप थोड़ा जिहा होर पिछे चलते हैं। सन 2004 दे विच, सन 2004 दे विच किस तरह जिहड़ी राष्ट्रीय सिख संगत सी, ये राष्ट्रीय सिख संगत ये भी एक तरह का RSS का ही अंग आ। ये किस तरह ये गल कही जा रही सी इन्हां वल्लों कि देखो जी सिख कोई वखरी कौम नहीं आ, ये तां साडे विचों गए आ, जबकि इन्हां नूं पूरा पता कि सिख भाईचारा इस गल नूं बर्दाश्त नहीं करता, पर इस गल नूं उन्हां दिनां दे विच बार बार दोहराया जा रहा सी। सन 2017 दे विच फिर थोड़ा जिहा अगे आउने आ, उदों अकाल तख्त साहब के जथेदार सी ज्ञानी गुरबचन सिंह, उन्होंने राष्ट्रीय सिख संगत की इस गल की बड़ी आलोचना की सी कि जिहड़ा तुसीं कह रहे हो कि सिख वखरी कौम नहीं आ, असीं तुहाडे च असीं इस गल नूं नहीं मानते। अगे आ जाओ थोड़ा जिहा होर ते आपां आ जाने आ सन 2021 दे विच। सन 2021 नूं 30 मार्च नूं मंगलवार का दिन सी, श्रोमणी गुरुद्वारा प्रबंधक कमेटी का जनरल इजलास हुंदा ते बीबी जगीर कौर उस वक्त इसे श्रोमणी गुरुद्वारा प्रबंधक कमेटी के प्रधान सी। उस वक्त एक मता पास किया गया और वो जिहड़ा मता पास किया गया वो भी
ਇਸੇ ਆਰਐਸਐਸ ਨੂੰ ਬੈਨ ਕਰਨ ਦੇ ਹੱਕ ਦੇ ਵਿੱਚ ਪਾਸ ਕੀਤਾ ਗਿਆ ਤਾਂ ਕਿ ਇਹ ਸਾਰੀ ਦੁਨੀਆ ਦੇ ਸਿੱਖ ਭਾਈਚਾਰੇ ਦੇ ਵਿੱਚ ਇਹ ਮੈਸੇਜ ਆਵੇ ਕਿ ਜੇ ਇਹ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਆ ਤੇ ਇਹ ਇਸ ਮੁਲਕ ਲਈ ਬਿਲਕੁਲ ਵੀ ਠੀਕ ਨਹੀਂ ਆ, ਬਲਕਿ ਮੁਲਕ ਦੇ ਵਿੱਚ ਵੰਡੀਆਂ ਪਾਊਗਾ ਔਰ ਖਾਸ ਤੌਰ ਤੇ ਜਿਹੜੇ ਘੱਟ ਗਿਣਤੀ ਦੇ ਭਾਈਚਾਰੇ ਆ ਉਹਨਾਂ ਦੇ ਵਿੱਚ ਇੱਕ ਡਰ ਪੈਦਾ ਕਰੂਗਾ। ਇਸੇ ਤਰ੍ਹਾਂ ਅੱਗੇ ਆ ਜਾਓ, ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਨ 2022 ਦੀ ਗੱਲ ਆ, 9 ਨਵੰਬਰ ਸਨ 2022 ਦੇ ਵਿੱਚ UCC ਜਿਹਨੂੰ ਅਸੀਂ ਕਹਿੰਦੇ ਆ ਯੂਨੀਫਾਰਮ ਸਿਵਲ ਕੋਡ, ਕਿਸ ਤਰ੍ਹਾਂ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਆਉਣ ਵਾਲੀਆਂ ਸੀ ਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਪਾਇਆ ਸੀ ਕਿ ਜੇ ਸਾਡੀ ਸਰਕਾਰ ਬਣ ਗਈ ਤਾਂ ਅਸੀਂ ਯੂਨੀਫਾਰਮ ਸਿਵਲ ਕੋਡ ਲਾਵਾਂਗੇ। ਉਸ ਰਾਜ ਦੇ ਵਿੱਚ ਜਿੱਥੇ ਲਗਭਗ 80 ਤੋਂ ਲੈ ਕੇ 85% ਤੱਕ ਹਿੰਦੂ ਆ, ਪਰ ਉਹਨਾਂ ਨੇ ਇਸ ਪਾਰਟੀ ਨੂੰ ਹਰਾਤਾ, ਕਾਂਗਰਸ ਦੀ ਸਰਕਾਰ ਲੈ ਆਏ ਸੀ। ਉਦੋਂ ਵੀ ਇਹ ਗੱਲ ਕਹੀ ਗਈ ਸੀ ਕਿ ਜਿਹੜਾ ਤੁਸੀਂ ਯੂਨੀਫਾਰਮ ਸਿਵਲ ਕੋਡ ਆ ਪੂਰੇ ਭਾਰਤ ਦੇ ਵਿੱਚ ਲਾਗੂ ਨਹੀਂ ਕਰ ਸਕਦੇ ਕਿਉਂਕਿ ਹਰ ਧਰਮ ਦੇ ਹਰ ਭਾਈਚਾਰੇ ਦੇ ਵੱਖਰੇ ਰੀਤੀ ਰਿਵਾਜ ਨੇ, ਯੂਨੀਫਾਰਮ ਕਿਸ ਤਰ੍ਹਾਂ ਹੋ ਸਕਦੇ ਆ। ਇਹੀ ਜਿਹੜੀ ਭਿੰਨ ਚੀਜ਼ਾਂ ਨੇ, ਅਲੱਗ-ਅਲੱਗ ਚੀਜ਼ਾਂ ਨੇ ਹਰੇਕ ਭਾਈਚਾਰੇ ਦੀਆਂ, ਇਹ ਇਕੱਠੇ ਮਿਲ ਕੇ ਇੱਕ ਹਿੰਦੁਸਤਾਨ ਇੱਕ ਭਾਰਤ ਬਣਾਉਂਦੀਆਂ, ਤੁਹਾਡਾ ਕੋਈ ਵੱਖਰਾ ਹਿੰਦੂ ਰਾਸ਼ਟਰ ਨਹੀਂ ਹੋ ਸਕਦਾ। ਸੋ ਕਹਿਣ ਦਾ ਭਾਵ ਇਹੀ ਆ ਕਿ ਇਹ ਜਿਹੜੀ ਅਸਲੀ ਗੱਲ ਆ ਕਿ ਵਾਕਿਆ ਇਹਨਾਂ ਇੰਸਟੀਚਿਊਟਸ ਦੇ ਵਿੱਚ, ਇਹਨਾਂ ਸਿਰਮੌਰ ਜਥੇਬੰਦੀਆਂ ਦੇ ਵਿੱਚ ਆਰਐਸਐਸ ਜਾਂ ਭਾਰਤੀ ਜਨਤਾ ਪਾਰਟੀ ਦੀ ਪੈਨੀਟ੍ਰੇਸ਼ਨ ਹੋ ਗਈ ਹੈ। ਤੇ ਜੇ ਤੁਸੀਂ ਪ੍ਰਾਈਵੇਟ ਤੌਰ ਤੇ, ਨਿੱਜੀ ਤੌਰ ਤੇ ਇਹਨਾਂ ਲੀਡਰਸ ਦੇ ਨਾਲ, ਚਾਹੇ ਉਹ SGPC ਦੇ ਮੈਂਬਰਸ ਨੇ, ਚਾਹੇ ਪ੍ਰਧਾਨ ਨੇ, ਚਾਹੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ, ਨਿੱਜੀ ਤੌਰ ਤੇ ਗੱਲ ਕਰੋ ਤੇ ਤੁਹਾਡੇ ਨਾਲ ਇਹ ਗੱਲ ਮੰਨਣਗੇ। ਸੋ ਕਹਿਣ ਦਾ ਭਾਵ ਆ ਕਿ ਠੀਕ ਹੈ, ਵਿਰਸਾ ਸਿੰਘ ਵਲਟੋਆ ਨੂੰ ਕੱਢਤਾ ਪ੍ਰਾਇਮਰੀ ਮੈਂਬਰਸ਼ਿਪ ਤੋਂ ਜਾਂ ਉਹਨਾਂ ਨੇ ਅਸਤੀਫਾ ਦੇਤਾ, ਇਹ ਆਪਣੇ ਆਪ ਦੇ ਵਿੱਚ ਠੀਕ ਆ, ਪਰ ਜਿਹੜਾ ਉਹਨਾਂ ਦਾ ਮੂਲ ਸਵਾਲ ਆ ਕਿ ਸਾਡੀਆਂ ਜਿੰਨੀਆਂ ਇਹ ਜਥੇਬੰਦੀਆਂ ਨੇ, ਸਾਡੇ ਇੰਸਟੀਚਿਊਟਸ ਆ, ਇਹਨਾਂ ਤੇ ਕਬਜ਼ਾ ਕੀਤਾ ਜਾ ਰਿਹਾ, ਇਹਨਾਂ ਨੂੰ ਆਪਣੇ ਕਲਾਵੇਂ ਦੇ ਵਿੱਚ ਲਿਆ ਜਾ ਰਿਹਾ ਜਾਂ ਇਹਨਾਂ ਨੂੰ ਆਪਣੇ ਕੰਟਰੋਲ ਦੇ ਵਿੱਚ ਕੀਤਾ ਜਾ ਰਿਹਾ। ਕੀ ਇਸ ਸਵਾਲ ਤੇ ਡਿਬੇਟ ਨਹੀਂ ਹੋਣੀ ਚਾਹੀਦੀ? ਕੀ ਇਸ ਸਵਾਲ ਤੇ ਕਿਸੇ ਤਰ੍ਹਾਂ ਦੀ ਬਹਿਸ ਨਹੀਂ ਹੋਣੀ ਚਾਹੀਦੀ? ਤੇ ਜੇ ਬਹਿਸ ਹੋਊਗੀ ਤਾਂ ਫੇਰ ਹੀ ਪਤਾ ਲੱਗੂਗਾ ਕਿ ਇਸ ਗੱਲ ਦੇ ਵਿੱਚ ਕਿੰਨੀ ਸੱਚਾਈ ਆ। ਬਾਕੀ ਤੁਸੀਂ ਵਿਰਸਾ ਸਿੰਘ ਵਲਟੋਏ ਵਰਗੇ ਜਿੰਨੇ ਮਰਜ਼ੀ ਕੱਢ ਦਿਓ, ਉਹ ਜਿਹੜੇ ਮੁੱਦੇ ਖੜੇ ਆ ਉਹ ਉਸੇ ਤਰ੍ਹਾਂ ਖੜੇ ਰਹਿਣਗੇ। ਦੇਖੋ, ਇੱਕ ਗੱਲ ਦੀ ਚਰਚਾ ਹੋਰ ਵੀ ਆ ਕਿ ਜਾਣ ਬੁੱਝ ਕੇ ਇਹ ਸਾਰਾ ਕੁਝ ਕੀਤਾ ਜਾ ਰਿਹਾ। ਕਿਤੇ ਨਾ ਕਿਤੇ ਉਹ ਜਿਹੜੀਆਂ ਤਾਕਤਾਂ ਲੱਗੀਆਂ ਹੋਈਆਂ ਨੇ ਕਿ ਜੇ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਪਰਿਵਾਰ ਜਾਂ ਸੁਖਬੀਰ ਸਿੰਘ ਬਾਦਲ ਕੰਟਰੋਲ ਕਰਦੇ, ਇਹਨਾਂ ਨੂੰ ਲਾਂਭੇ ਕਰ ਦਿਓ, ਨਵਾਂ ਸ਼੍ਰੋਮਣੀ ਅਕਾਲੀ ਦਲ ਖੜਾ ਕਰੋ, ਉਹਨੂੰ ਭਾਰਤੀ ਜਨਤਾ ਪਾਰਟੀ ਦੇ ਨਾਲ ਰਲਾਓ, ਉਹਨਾਂ ਦੇ ਨਾਲ ਸੰਬੰਧ ਪੈਦਾ ਕਰੋ, ਉਹਨਾਂ ਦੇ ਨਾਲ ਅਲਾਇੰਸ ਬਣਾਓ ਤੇ ਉਸ ਤੋਂ ਬਾਅਦ ਆਪਣੀ ਸੱਤਾ ਸਥਾਪਿਤ ਕਰੋ। ਹੋਰ ਕਿਸੇ ਵੀ ਉਪਰਾਲੇ ਦੇ ਨਾਲ ਭਾਰਤੀ ਜਨਤਾ ਪਾਰਟੀ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਨੀਅਰ ਫਿਊਚਰ ਦੇ ਵਿੱਚ ਘੱਟੋ ਘੱਟ ਪੰਜਾਬ ਦੇ ਵਿੱਚ ਤਾਂ ਨਹੀਂ ਸਰਕਾਰ ਬਣਾ ਸਕਦੀ। ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ, ਮੈਂ ਮਨਪ੍ਰੀਤ ਰੰਧਾਵਾ।